हेलो दोस्तों, स्वागत है ਤੁਹਾਡੇ ਆਪਣੇ YouTube ਚੈਨਲ ਅਚੀਵਮੈਂਟ ਪੁਆਇੰਟ ਤੇ। ਸੋ ਅੱਜ ਤੁਹਾਡੇ ਨਾਲ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰਨ ਦੀ ਤੇ ਇੱਕ ਵਾਰ ਫਿਰ ਤੁਹਾਡੇ ਨਾਲ ਰੂਬਰੂ ਹਾਂ ਕਿ ਪੰਜਾਬ ਸਰਕਾਰ ਦੁਆਰਾ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ ਵਿੱਚ ਜੋ ਇੱਕ ਨਵੀਂ ਭਰਤੀ ਦਾ ਐਲਾਨ ਅੱਜ ਕੀਤਾ ਗਿਆ, ਜਿਹਦੇ ਵਿੱਚ ਅਲੱਗ-ਅਲੱਗ 5 ਜਿਹੜੇ ਕੈਟਾਗਰੀਆਂ ਜਿਹੜੀਆਂ ਪੋਸਟਾਂ ਦਾ ਐਲਾਨ ਕੀਤਾ ਗਿਆ, ਜਿਹਦੇ ਵਿੱਚ ਸੀਨੀਅਰ ਮੈਨੇਜਰ ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਤੇ ਗਰੁੱਪ ਸੀ ਦੀਆਂ ਪੋਸਟਾਂ, ਕਲਰਕ ਕਮ ਡਾਟਾ ਐਂਟਰੀ ਆਪਰੇਟਰ ਤੇ ਸਟੈਨੋਟਾਈਪਿਸਟ ਦੀਆਂ ਜਿਹੜੀਆਂ ਪੋਸਟਾਂ ਅੱਜ ਜਿਹੜੀਆਂ ਉਹਨਾਂ ਦੀ ਭਰਤੀ ਦਾ ਐਲਾਨ ਜਿਹੜਾ ਕੀਤਾ ਗਿਆ। ਤੇ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਜਿਹੜੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ ਇੱਕ ਵੱਡੀ ਗਿਣਤੀ ਜਿਹੜੀ 738 ਨੰਬਰ ਸਾਡੇ ਸਾਹਮਣੇ ਪੋਸਟਾਂ ਦਾ ਆਇਆ, ਜਿਹਦੇ 'ਚ ਜਦੋਂ ਅਸੀਂ ਗਰੁੱਪ ਬੀ ਅਤੇ ਗਰੁੱਪ ਸੀ ਦੀਆਂ ਪੋਸਟਾਂ ਨੂੰ ਅਸੀਂ ਬਾਈਫਰਕੇਟ ਕਰਦੇ ਹਾਂ ਅਤੇ ਜਿਹੜਾ ਗਰੁੱਪ ਬੀ ਦਾ ਪੇਪਰ ਹੈ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਉੱਪਰ PPSC ਅਤੇ TSSB ਦੋਨਾਂ ਬੋਰਡਸ ਦੀ ਜਿਹੜਾ ਲਿੰਕ ਹਾਈਪਰ ਲਿੰਕ ਦਿੱਤਾ ਹੋਇਆ। ਸੋ ਗਰੁੱਪ ਬੀ ਦੀਆਂ ਪੋਸਟਾਂ ਦਰਸਾਈਆਂ ਗਈਆਂ ਨੇ ਕਿ ਜਿਹੜੇ ਸੀਨੀਅਰ ਮੈਨੇਜਰ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਦਾ ਜਿਹੜਾ ਪੇਪਰ ਆ ਉਹ PPSC ਕੰਡਕਟ ਕਰੇਗੀ, ਔਰ ਗਰੁੱਪ ਸੀ ਦਾ ਜਿਹੜਾ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਅਤੇ ਸਟੈਨੋਟਾਈਪਿਸਟ ਦਾ ਜਿਹੜਾ ਪੇਪਰ ਹੈ ਉਹ PSSB ਦੁਆਰਾ ਲਿਆ ਜਾਣਾ। ਸੋ ਅਸੀਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਜਿਹੜੀਆਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਜਿਹੜਾ ਕਾਫੀ ਵੱਡਾ ਨੰਬਰ ਜਿਹੜਾ ਉਹ ਪੋਸਟਾਂ 'ਚ ਦੇਖਣ ਨੂੰ ਮਿਲ ਰਿਹਾ, ਜਿਹਦੇ 'ਚ ਸਭ ਤੋਂ ਜ਼ਿਆਦਾ ਰੁਝਾਨ ਜਿਹੜਾ ਉਹ ਜਿਹੜੇ ਅੱਜ ਦੇ ਜੋ ਸਟੂਡੈਂਟਸ ਦਾ ਦੇਖਣ ਨੂੰ ਮਿਲੇਗਾ ਸਾਨੂੰ। ਸੋ ਇਹ ਜਿਹੜੀਆਂ ਪੋਸਟਾਂ ਦੀ ਬਾਈਫਰਕੇਸ਼ਨ ਅਸੀਂ ਨੀਚੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਨਰਲ ਦੀਆਂ ਪੋਸਟਾਂ ਜਿਹੜੀਆਂ 282 ਹੈ, ਔਰ ਜੋ SC ਦੀਆਂ ਨੇ ਉਹ 69 ਨੇ, MB ਦੀਆਂ ਔਰ RO ਦੀਆਂ 75 ਨੇ। ਇਸ ਤਰ੍ਹਾਂ ਵੱਖ-ਵੱਖ ਕੈਟਾਗਰੀ ਦੀਆਂ ਜਿਹੜੀਆਂ ਟੋਟਲ ਪੋਸਟਾਂ 738 ਜਿਹੜੀਆਂ ਨੇ ਉਹ ਡਿਫਾਈਨ ਕੀਤੀਆਂ ਗਈਆਂ ਨੇ। ਸੋ ਆਓ ਦੋਸਤੋ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਇਹਦਾ ਐਲੀਜੀਬਿਲਿਟੀ ਕ੍ਰਾਈਟੀਰੀਆ ਕੀ ਰਹੇਗਾ, ਜਾਂ ਕਿਵੇਂ ਕੀ ਇੰਨੀਆਂ ਸਾਨੂੰ ਕੁਆਲੀਫਿਕੇਸ਼ਨ ਕੀ ਪੂਰੀਆਂ ਕਰਨੀ ਪੈਣਗੀਆਂ ਇਸ ਪੋਸਟਾਂ ਲਈ। ਸੋ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜਦੋਂ ਅਗਸਤ 2021 ਜਿਹੜੀ ਚੰਨੀ ਸਰਕਾਰ ਦੇ ਟਾਈਮ ਜਿਹੜੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਜਿਹੜੀ ਭਰਤੀ ਆਈ ਸੀਗੀ, ਉਹਦੇ ਸੇਮ ਟਾਈਟਲ ਹੈ ਪੋਸਟਾਂ ਦਾ ਔਰ ਸੇਮ ਰੈਂਕ ਹੈ, ਔਰ ਜਿਹੜੀ ਕੁਆਲੀਫਿਕੇਸ਼ਨ ਹੈ ਜਾਂ ਐਲੀਜੀਬਿਲਿਟੀ ਹੈ ਉਹ ਵੀ ਬਿਲਕੁਲ 99% ਜਿਹੜੀ ਸੇਮ ਰਹੇਗੀ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸੀਨੀਅਰ ਮੈਨੇਜਰ ਲਈ ਜੋ ਪੋਸਟ ਗ੍ਰੈਜੂਏਟ ਜੋ ਪੋਸਟ ਗ੍ਰੈਜੂਏਸ਼ਨ ਚਾਹੀਦੀ ਹੈ, MBA MCA ਜਾਂ ਚਾਰਟਰਡ ਅਕਾਊਂਟੈਂਟ ਦਾ, ਔਰ ਗ੍ਰੈਜੂਏਟ ਤੁਸੀਂ ਗ੍ਰੈਜੂਏਟ ਹੋਣਾ ਜ਼ਰੂਰੀ ਹੋ। ਇਹ ਜਾਂ ਦੇ ਵਿੱਚ ਪਾਇਆ ਗਿਆ। ਇਹ ਜਾਂ ਇਸ ਲਈ ਪਾਇਆ ਗਿਆ ਤਾਂ ਕਿ ਜੋ ਹਾਈਐਸਟ ਕੁਆਲੀਫਿਕੇਸ਼ਨ ਫਸਟ ਆਫ ਆਲ ਤਾਂ ਤੁਹਾਨੂੰ ਪੇਪਰ ਕੁਆਲੀਫਾਈ ਕਰਨਾ ਪਏਗਾ, ਔਰ ਉਸ ਤੋਂ ਬਾਅਦ ਜਿਹੜਾ ਜੋ ਹਾਈਐਸਟ ਕੁਆਲੀਫਿਕੇਸ਼ਨ ਅਗਰ ਕਿਸੇ ਦੇ ਤੁਹਾਡੀ ਕੁਆਲੀਫਿਕੇਸ਼ਨ ਵੀ ਜਿਹੜੀ ਉਹ ਹੋਏਗੀ ਕਿਤੇ ਨਾ ਕਿਤੇ, ਮਗਰ ਮੰਨ ਲਈ ਜੇ ਕਿਸੇ ਦੇ 2 ਨੰਬਰ ਸੇਮ ਆ ਜਾਂਦੇ ਆ ਤਾਂ ਉਹ ਫਸਟ ਆਫ ਆਲ ਕੁਆਲੀਫਿਕੇਸ਼ਨ ਦੇ ਬੇਸ 'ਤੇ ਜਾਂ ਫਿਰ ਏਜ ਦੇ ਬੇਸ 'ਤੇ ਜਿਹੜਾ ਉਸ ਹਿਸਾਬ ਨਾਲ ਸਿਲੈਕਸ਼ਨ ਹੋਣੀ ਹੈ। ਸੋ ਉਸ ਤੋਂ ਬਾਅਦ ਜਿਸ ਤਰ੍ਹਾਂ ਮੈਨੇਜਰ ਦੀ ਵੀ ਸੇਮ ਤਰ੍ਹਾਂ ਦੀ ਰਹਿਣੀ ਹੈ ਕਿ ਪੋਸਟ ਗ੍ਰੈਜੂਏਸ਼ਨ ਚਾਹੀਦੀ ਹੈ, MFC MBA ਜਿਹੜੀ ਉਹ 'ਚ 50% ਨੰਬਰ ਚਾਹੀਦੇ ਨੇ, ਜਾਂ ਚਾਰਟਰਡ ਅਕਾਊਂਟੈਂਟ ਹੋਣਾ ਚਾਹੀਦਾ, ਜਾਂ ਗ੍ਰੈਜੂਏਟ ਹੋਣਾ ਚਾਹੀਦਾ 55% ਨੰਬਰਾਂ ਨਾਲ। ਅਤੇ ਇਸ ਤਰ੍ਹਾਂ ਅਸੀਂ ਜੋ ਮੇਨ ਦੇਖਣਾ ਹੈ ਇਨਫੋਰਮੇਸ਼ਨ ਟੈਕਨੋਲੋਜੀ ਦਾ, ਜੋ ਅਸੀਂ ਦੇਖਣਾ ਜਿਸ 'ਚ ਕਾਫੀ ਬੱਚੇ ਜਿਹੜੇ ਉਹ ਇਹ 'ਚ ਵੀ ਪਾਰਟੀਸਪੇਟ ਕਰਨਗੇ ਕਿ ਇਹ ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਦੇ ਜਿਹੜੀ 50% ਨੰਬਰ ਜਿਹੜੇ ਨੇ ਉਹ MCA 'ਚੋਂ MSc ਹੋਣੀ ਚਾਹੀਦੀ ਹੈ, ਜੋ ਇਨਫੋਰਮੇਸ਼ਨ ਟੈਕਨੋਲੋਜੀ MSc IT ਜਾਂ MCA ਉਹਦੀ ਰਿਕੁਆਇਰਮੈਂਟ ਹੈ, ਔਰ ਜਾਂ ਫਿਰ BTech ਕੀਤੀ ਹੋਵੇ ਤੁਸੀਂ 55% ਨੰਬਰਾਂ ਨਾਲ, ਕੰਪਿਊਟਰ ਸਾਇੰਸ ਦੇ ਵਿੱਚ BE ਕੀਤੀ ਹੋਵੇ, ਬੈਚਲਰ ਆਫ ਇੰਜੀਨੀਅਰਿੰਗ ਕੀਤੀ ਹੋਵੇ, ਜਾਂ BSc ਇੰਜੀਨੀਅਰਿੰਗ ਕੀਤੀ ਹੋਵੇ, ਜਾਂ BA ਬੈਚਲਰ ਆਫ ਇਲੈਕਟ੍ਰੋਨਿਕਸ ਵੀ ਇਸ 'ਚ ਮੰਨੀ ਜਾਏਗੀ। ਸੋ ਨੈਕਸਟ ਜੋ ਹੈ ਸਬਜੈਕਟ ਉਹ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ, ਜਿਸ 'ਚ 738 ਪੋਸਟਾਂ ਨੇ। ਜੋ ਸਭ ਤੋਂ ਵੱਧ ਜਿਹੜਾ ਨਿਗਾਹ ਰੱਖਿਆ ਜਾਣ ਵਾਲੀ ਕੇਡਰ ਹੈ, ਜਿਸ 'ਚ ਜੋ ਮੇਨ ਰਹੇਗੀ ਗ੍ਰੈਜੂਏਸ਼ਨ ਤੁਹਾਡੀ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੈ, ਕਿ ਜਿਸ 'ਚ ਮੋਸਟ ਇੰਪੋਰਟੈਂਟ ਕੁਆਲੀਫਿਕੇਸ਼ਨ ਹੈ, ਜਿਸ 'ਚ 50% ਜੋ ਸੈਕੰਡ ਡਿਵੀਜ਼ਨ ਮੰਨੀ ਗਈ ਹੈ ਕਿ 50% ਨੰਬਰ ਤੁਹਾਡੇ 50% ਜਾਂ ਇਸ ਤੋਂ ਉੱਪਰ ਜਿਹੜੇ ਨੰਬਰ ਉਹ ਰਿਕੁਆਇਰਡ ਹੋਣਗੇ। ਔਰ ਦੂਜੀ ਗੱਲ ਹੈ ਕਿ ਅਗਰ ਪੋਸਟ ਗ੍ਰੈਜੂਏਟ ਲੋਕ ਹੋਣਗੇ ਤਾਂ ਉਹਨਾਂ ਨੂੰ ਥੋੜ੍ਹੀ ਜਿਹੀ ਪ੍ਰੈਫਰੈਂਸ ਵੱਧ ਹੋਏਗੀ ਪੋਸਟ ਗ੍ਰੈਜੂਏਟ ਜਿਹੜੇ ਨੇ। ਔਰ ਜੋ ਐਨੀ ਸਟਰੀਮ ਦੇ ਵਿੱਚ ਕੋਈ ਵੀ ਸਟਰੀਮ ਤੁਹਾਡੀ ਹੋਵੇ, ਕੋਈ ਇਹ ਨਹੀਂ ਕਿ ਕੋਈ ਕਲਰਕ ਡਾਟਾ ਆਪਰੇਟਰ ਤਾਂ ਉਹ BCom ਕਾਮਰਸ ਵਾਲਾ ਹੋਣਾ ਚਾਹੀਦਾ, ਕਿਸੇ ਵੀ ਸਟਰੀਮ ਤੁਹਾਡੀ ਗ੍ਰੈਜੂਏਸ਼ਨ ਹੋਵੇ ਜਾਂ ਕਿਸੇ ਵੀ ਸਟਰੀਮ ਤੁਹਾਡੀ ਪੋਸਟ ਗ੍ਰੈਜੂਏਸ਼ਨ ਹੋਵੇ। ਔਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਇਹ ਹੈ ਕਿ ਤੁਹਾਡਾ ਡਿਪਲੋਮਾ ਜਿਹੜਾ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਜਿਹੜਾ ISO ਸਰਟੀਫਿਕੇਸ਼ਨ ਕੋਰਸ ਅਸੀਂ ਕਹਿੰਦੇ ਹਾਂ ਉਹ ਹੋਣਾ ਚਾਹੀਦਾ 6 ਮਹੀਨਿਆਂ ਦਾ। ਜਿਹੜਾ ਮਿਨੀਮਮ ਡਿਪਲੋਮਾ ਹੈ ਉਹ ISO ਸਰਟੀਫਾਈਡ O ਲੈਵਲ ਦਾ ਸਰਟੀਫਿਕੇਟ ਜਿਹੜਾ ਉਹ ਹੋਣਾ ਚਾਹੀਦਾ। ਔਰ ਇਹਦੇ ਨਾਲ ਹੀ ਇੱਕ ਹੋਰ ਵੱਡੀ ਗੱਲ ਹੈ ਕਿ ਤੁਹਾਡੀ ਪੰਜਾਬੀ ਦਾ ਪਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੋ CBSE ਦੇ ਬੱਚੇ ਨੇ ਉਹਨਾਂ ਵਾਸਤੇ ਗੱਲ ਹਮੇਸ਼ਾ ਰੜਕਦੀ ਹੈ ਕਿ ਜੋ CBSE ਆਊਟਰ ਤੋਂ ਪਾਸ ਹੋਏ ਨੇ ਜਾਂ ICSE ਤੋਂ ਪਾਸ ਹੁੰਦੇ ਨੇ, ਉਹਨਾਂ ਵਾਸਤੇ ਪੰਜਾਬੀ ਇੱਕ ਮਤਲਬ ਬਹੁਤ ਵੱਡਾ ਮੁੱਦਾ ਸਾਹਮਣੇ ਆਉਂਦਾ
ਕਿ ਪੰਜਾਬੀ ਉਹਨਾਂ ਦੇ ਕਈ ਵਾਰੀ ਸਬਜੈਕਟਾਂ 'ਚ ਨਹੀਂ ਹੁੰਦੀ। ਸੋ ਇਸ 'ਚ ਮੇਨ ਨੋਟ ਕਰਨ ਵਾਲੀ ਗੱਲ ਹੈ ਕਿ ਤੁਹਾਨੂੰ ਪੰਜਾਬੀ ਲੈਂਗੁਏਜ ਦਾ ਤੁਹਾਡੇ ਸਬਜੈਕਟਾਂ 'ਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਸ ਤਰ੍ਹਾਂ ਜੋ ਇਹ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਕੁਆਲੀਫਿਕੇਸ਼ਨ ਹੈ, ਔਰ ਸਟੈਨੋਟਾਈਪਿਸਟ ਦਾ ਵੀ ਅਸੀਂ ਦੇਖ ਰਹੇ ਹਾਂ ਕਿ ਗ੍ਰੈਜੂਏਸ਼ਨ ਤੁਹਾਡੀ ਹੋਣੀ ਚਾਹੀਦੀ ਹੈ, ਉਹੀ ਸੇਮ ਕ੍ਰਾਈਟੇਰੀਆ ਕਿ 50% ਨੰਬਰ ਤੁਹਾਡੇ ਜਾਂ 50% ਤੋਂ ਉੱਪਰ, ਔਰ ਜੋ ਤੁਹਾਡਾ ਡਿਪਲੋਮਾ ਹੋਣਾ ਜ਼ਰੂਰੀ ਹੈ 6 ਮਹੀਨੇ ਦਾ ISO ਸਰਟੀਫਾਈਡ, ਔਰ ਜੋ ਤੁਸੀਂ ਜਿਹੜਾ ਤੁਹਾਡੀ ਟਾਈਪਿੰਗ ਦੀ ਸਪੀਡ ਹੈ ਸਟੈਨੋਟਾਈਪਿਸਟ ਦੀ ਸ਼ਾਰਟ ਹੈਂਡ ਦੀ ਜਿਹੜੀ ਪੰਜਾਬੀ ਦੀ 80 ਵਰਡ ਪਰ ਮਿੰਟ ਔਰ ਇੰਗਲਿਸ਼ ਦੀ 20 ਵਰਡ ਪਰ ਮਿੰਟ, ਟਰਾਂਸਕ੍ਰਿਪਸ਼ਨ ਦੀ ਦੋਨਾਂ ਲੈਂਗੁਏਜ ਦਾ ਜਿਹੜਾ ਟੈਸਟ ਹੋਏਗਾ ਪੰਜਾਬੀ ਅਤੇ ਇੰਗਲਿਸ਼ ਦਾ, ਇਹ 'ਚ 80 ਵਰਡ ਪਰ ਮਿੰਟ ਦਾ ਔਰ 20 ਵਰਡ ਪਰ ਮਿੰਟ ਦੀ ਜਿਹੜੀ ਟਰਾਂਸਕ੍ਰਿਪਸ਼ਨ ਦਾ ਟਾਈਮ ਦਿੱਤਾ ਜਾਏਗਾ। ਇਹਦੇ 'ਚ ਵੀ ਪੰਜਾਬੀ ਦਾ ਬਹੁਤ ਵੱਡਾ ਜਿਹੜਾ ਮੇਨ ਰੋਲ ਹੈ, ਪੰਜਾਬੀ 'ਤੇ ਮੇਨ ਫੋਕਸ ਰਹੇਗਾ ਕਿ ਤੁਹਾਡੀ ਮੈਟਰੀਕੂਲੇਸ਼ਨ ਦੇ ਵਿੱਚ ਜਿਹੜੀ ਪੰਜਾਬੀ ਪਾਸ ਕੀਤੀ ਹੋਵੇ। ਸੋ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇਹ ਸਭ ਕੁਝ ਜਿਹੜਾ ਉਹ ਸੇਮ ਹੀ ਚੱਲੇਗਾ, ਕਿਉਂਕਿ ਜਿਹੜਾ ਪੋਸਟਾਂ ਦਾ ਟਾਈਟਲ ਹੈ ਉਹ ਬਿਲਕੁਲ ਸੇਮ ਹੈ, ਔਰ ਕ੍ਰਾਈਟੇਰੀਆ ਜਿਹੜਾ ਹੈ ਪੇ ਸਕੇਲ ਵੀ ਬਿਲਕੁਲ ਸਭ ਕੁਝ ਸੇਮ ਹੈ, ਗ੍ਰੇਡ ਪੇ ਸਭ ਕੁਝ A to Z ਸੇਮ ਹੈ, ਅਤੇ ਐਲੀਜੀਬਿਲਿਟੀ ਕ੍ਰਾਈਟੇਰੀਆ ਅਤੇ ਸਿਲੇਬਸ ਵੀ ਮਤਲਬ 99.9% ਬਿਲਕੁਲ ਹੀ ਸੇਮ ਰਹੇਗਾ। ਸੋ ਅਸੀਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਪੋਸਟਾਂ ਜਿਹੜੀਆਂ ਜੇ ਅਸੀਂ ਡਾਟਾ ਐਂਟਰੀ ਆਪਰੇਟਰ ਅਤੇ ਕਲਰਕ ਦੇ ਸਿਲੇਬਸ ਦੀ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਸਿਲੇਬਸ ਰਹੇਗਾ ਉਹ ਅਸੀਂ ਡਾਇਰੈਕਟ ਉੱਥੇ ਹੀ ਪਹੁੰਚਦੇ ਹਾਂ। ਜੈਸੇ ਇਨਫੋਰਮੇਸ਼ਨ ਟੈਕਨੋਲੋਜੀ ਅਫਸਰ ਦਾ ਪੋਸਟ ਅਸੀਂ ਉਹਦਾ ਸਿਲੇਬਸ ਦੇਖੀਏ ਤਾਂ ਉਹ 'ਚ ਇਨਫੋਰਮੇਸ਼ਨ ਟੈਕਨੋਲੋਜੀ ਅਤੇ ਕੰਪਿਊਟਰ ਐਪਲੀਕੇਸ਼ਨ ਦੇ 45 ਨੰਬਰ ਜਿਹੜੇ ਉਹ ਰਹਿਣਗੇ, ਰੀਜ਼ਨਿੰਗ ਦੇ 10 ਨੰਬਰ, ਕੁਆਂਟੀਟਿਵ ਐਪਟੀਟਿਊਡ ਦੇ 10 ਨੰਬਰ, GK ਜਿਹੜੀ ਜਨਰਲ ਅਵੇਅਰਨੈਸ ਐਂਡ ਬੈਂਕਿੰਗ ਦੇ 15 ਨੰਬਰ, ਪੰਜਾਬੀ ਦੇ 10 ਨੰਬਰ ਔਰ ਇੰਗਲਿਸ਼ ਦੇ 10 ਨੰਬਰ। ਔਰ ਜੇ ਅਸੀਂ ਕਲਰਕ ਅਤੇ ਡਾਟਾ ਐਂਟਰੀ ਆਪਰੇਟਰ ਪਲੱਸ ਸਟੈਨੋਟਾਈਪਿਸਟ ਦੀ ਗੱਲ ਕਰੀਏ ਤਾਂ ਉਹਦੇ 'ਚ ਕੰਪਿਊਟਰ ਐਪਲੀਕੇਸ਼ਨ ਦੇ 15 ਨੰਬਰ ਰਹਿਣਗੇ, ਰੀਜ਼ਨਿੰਗ ਦੇ 15 ਨੰਬਰ ਔਰ ਕੁਆਂਟ ਦੇ 15 ਨੰਬਰ, ਔਰ GK ਐਂਡ ਬੈਂਕਿੰਗ ਜਿਹੜੀ ਹੈ ਉਹ 25 ਨੰਬਰ ਦਾ ਸਿਲੇਬਸ ਕਵਰ ਕਰੇਗੀ, ਔਰ ਪੰਜਾਬੀ 15 ਨੰਬਰ ਦੀ ਔਰ ਇੰਗਲਿਸ਼ ਵੀ 15 ਨੰਬਰ ਦੀ ਰਹੇਗੀ। ਸੋ ਇਹ ਜੋ ਰਿਟਨ ਐਗਜ਼ਾਮੀਨੇਸ਼ਨ ਦਾ ਜੋ ਰਿਟਨ ਸਾਡਾ ਪੇਪਰ ਹੋਣਾ ਉਹਦਾ ਸਿਲੇਬਸ ਰਹੇਗਾ। ਸੋ ਇਸ ਤੋਂ ਬਾਅਦ ਜੋ ਜਿਵੇਂ ਦਿਖਾਇਆ ਗਿਆ ਕਿ ਪੇਪਰ ਹੋਣ ਤੋਂ ਬਾਅਦ ਉਸ ਤੋਂ ਬਾਅਦ ਸਾਡਾ ਸੇਮ ਜਿਵੇਂ ਆਮ ਪੇਪਰ ਚੱਲਦਾ ਹੈ ਕਿ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਹੈ ਉਹ ਹੋਣੀ ਹੈ, ਜੋ ਵੀ ਤੁਸੀਂ ਕੈਟਾਗਰੀ 'ਚ ਪੇਪਰ ਭਰਦੇ ਹੋ ਜੋ ਡਾਕੂਮੈਂਟ ਚਾਹੀਦੇ ਹੁੰਦੇ ਆ ਉਹ ਜਿਹੜੇ ਡਾਕੂਮੈਂਟ ਤੁਹਾਡੇ ਵੈਰੀਫਾਈ ਹੋਣਗੇ, ਔਰ ਉਸ ਤੋਂ ਬਾਅਦ ਜਿਹੜੀ ਫਾਈਨਲ ਭਰਤੀ ਦਾ ਰਿਕਰੂਟਮੈਂਟ ਜੋ ਖਤਮ ਹੋਣੀ ਹੈ। ਸੋ ਦੋਸਤੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੋ ਭਰਤੀ ਜਿਹੜੀ ਹੈ ਉਹ ਸਿਰਫ 1-2 ਦਿਨ 'ਚ ਜਿਹੜੀ ਸਾਡੀ ਰਜਿਸਟ੍ਰੇਸ਼ਨ ਹੈ, ਜੋ ਫਾਰਮ ਫਿਲਿੰਗ ਹੈ ਉਹ ਸ਼ੁਰੂ ਹੋ ਜਾਣੀ ਹੈ, ਔਰ ਇਸ ਤੋਂ ਵੱਧ ਮੋਟੀਵੇਟ ਰਹੋ ਔਰ ਤਿਆਰੀ ਕਰੋ ਵੱਧ ਤੋਂ ਵੱਧ ਪੇਪਰ ਦੀ। 738 ਪੋਸਟਾਂ ਇੱਕ ਬਹੁਤ ਵੱਡਾ ਕਾਊਂਟ ਹੈ, ਜੋ ਪਿਛਲੀ ਵਾਰੀ ਕਾਫੀ ਵਧੀਆ ਰਿਹਾ, ਔਰ ਜੋ ਪਿਛਲੀ ਕੱਟ ਆਫ ਦੀ ਗੱਲ ਕਰੀਏ ਤਾਂ ਪਿਛਲੀ ਜਿਹੜੀ ਕੱਟ ਆਫ ਹੈ ਉਹ ਲਗਭਗ 70 ਜਨਰਲ ਕੈਟਾਗਰੀ ਦੀ 70 ਦੇ ਲਗਭਗ ਰਹੀ, 70 ਜਾਂ 72 ਕੱਟ ਆਫ ਗਈ ਸੀਗੀ। ਸੋ ਬਹੁਤ ਜ਼ਿਆਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਪਰ ਚਾਂਸ ਵੀ ਸਾਡੇ ਕੋਲ ਬਹੁਤ ਘੱਟ ਮਿਲਦੇ ਨੇ, ਇਸ ਕਰਕੇ ਵੱਧ ਤੋਂ ਵੱਧ ਗੈਟ ਮੋਟੀਵੇਟਡ ਐਂਡ ਤਿਆਰੀ ਕਰਦੇ ਰਹੋ। ਸੋ ਥੈਂਕ ਯੂ ਵੈਰੀ ਮਚ।